अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਸਰ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਦੋਸਤੋ, ਬਾਈਕ ਸਾਈਡ ਤੇ ਆਲੂ ਦੀ ਤਿਆਰੀ ਹੁੰਦੀ ਪਈ ਹੈ ਤੇ ਮੇਰੇ ਨਾਲ ਮੌਜੂਦ ਨੇ ਅਲੀ ਰਜ਼ਾ ਭਾਈ। ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਵੀ ਆਲੂ ਦੀ ਤਿਆਰੀ ਕਿਸ ਤਰੀਕੇ ਕਰਦੇ ਪਏ ਨੇ ਤੇ ਬੀਜ ਜਿਹੜਾ ਹੈ ਉਹ ਕਿਹੜਾ ਲਾਉਂਦੇ ਪਏ ਨੇ ਤੇ ਖਾਦਾਂ ਕਿੰਨੀਆਂ ਪਾਉਂਦੇ ਪਏ ਨੇ। ਇਹ ਸਾਰੀਆਂ ਗੱਲਾਂ ਅਲੀ ਰਜ਼ਾ ਭਾਈ ਤੋਂ ਪੁੱਛਣੀਆਂ ਤੇ ਫਿਰ ਤੁਹਾਨੂੰ ਜਨਾਬ MF 375 ਦੀ ਪਰਫਾਰਮੈਂਸ ਵੀ ਵਿਖਾਵਾਂਗੇ ਤੇ ਆਓ ਚਲੀਏ ਗੱਲ ਕਰੀਏ। अस्सलाम वालेकुम जी। वालेकुम सलाम मोहम्मद अफजल भट्टू साहब। अली रज़ा भाई की हाल है? अल्हम्दुलिल्लाह, शुक्र है रब दा। मुबारक होण जी, तुसां आलू दी बिजाइयां शुरू कर दित्तियां ने। हाँ जी इंशाअल्लाह। ये मैंने दसो भी किहड़ी किस्म है तुसीं लगांदे पे हो आलू दी? माशाअल्लाह जी, असं इसमें भी ला रहे हैं जी। अच्छा, लोग माशाअल्लाह काफ़ी ला रहे हैं। चलो असां आखा चलो असं भी इस दफ़ा इंशाअल्लाह एक दोस्त हैगा सी तो उन्हें माशाअल्लाह मुफ्त बीज दिता सी ते हैगा भी तीसरे साल विच है ते असां चलो असं भी फ़ायदा उठा लईए जी। हुण तो मुफ्त गल करके बाद दोस्तां दे ਕੀ ਕਹਿੰਦੇ ਦਿਲ ਸ਼ਿਕਰੀ ਨਾ ਛੱਡ ਕੇ ਅੱਛਾ ਜੀ। ਯਾਰ ਸਾਡੇ ਵੀ ਦੋਸਤ ਹੈਗੇ ਨੇ, ਸਾਨੂੰ ਨਹੀਂ ਵੀ ਦਿੰਦੇ ਪਏ। ਪਤਾ ਨਹੀਂ ਮੌਲੀ ਸਾਹਿਬ ਦਾ ਕਿਹੜਾ ਦੋਸਤ ਹੈਗਾ ਜਿਹਨੇ ਉਹਨੂੰ ਫ੍ਰੀ 'ਚ ਦਿੱਤਾ। ਉਹ ਆ ਕੇ ਵੀ ਮੈਂ ਉਹਨੂੰ ਕਾਬਲੇ ਵਾਪਸੀ ਦੇਣਾ ਬੀਜ ਦਾ ਬੀਜ। नहीं जी, बीज भी वापस देना तो सामने मुफ्त रंगा ही है जी। ਹਾਂ ਹੈ ਮੁਫਤ ਰੰਗਾ, ਉਹ ਉਹਦੀ ਮਿਹਰਬਾਨੀ। ਆ ਵੀ ਕਿਉਂ ਦੀ ਵਜ੍ਹਾ ਇੱਕ ਹੋਰ ਹੈ ਜੀ। ਹੁਣ ਕਮ ਸੇ ਕਮ 8 ਤੋਂ 10,000 ਰੁਪਇਆ ਬੀਜ ਦਾ ਚੱਲਦਾ ਪਿਆ ਇੱਕ ਬੋਰੀ ਦਾ ਰੇਟ ਹੈ ਤੇ ਜਿਸ ਟਾਈਮ ਮੈਂ ਵਾਪਸ ਉਹਨੂੰ ਕਰਨਾ ਹੈਗਾ ਉਸ ਟਾਈਮ 3500 4000 ਹੋਵੇਗਾ ਤੇ ਉਸ ਟਾਈਮ ਇਹਨੂੰ ਨੁਕਸਾਨ ਹੈ, ਇਸ ਟਾਈਮ ਵੀ ਨੁਕਸਾਨ। ਨਹੀਂ ਉਹਨੇ ਮਤਲਬ ਤੁਹਾਡੇ ਨਾਲ ਬਹੁਤ ਚੰਗਾ ਕੀਤਾ ਹੈ। ਹਾਂਜੀ। ਤੇ ਉਸ ਬੇਲੀ ਦਾ ਨਾਮ ਹੀ ਦੱਸ ਦਿਓ ਤਾਂ ਕਿ ਸਾਨੂੰ ਵੀ ਪਤਾ ਲੱਗ ਜਾਵੇ। ਤੇ ਉਹਦਾ ਨਾਂ ਹੈ ਜੀ ਡਾਕਟਰ ਮੁਹੰਮਦ ਅਕਰਮ। ਅਲੀ ਰਜ਼ਾ ਵੀ ਮੈਨੂੰ ਇਹ ਦੱਸੋ ਵੀ ਕਣਕ ਕਿਉਂ ਨਹੀਂ ਲਾਈ? ਕਣਕ ਜੀ, ਕਣਕ ਦਾ ਟਾਈਮ ਹੈ। ਕਣਕ ਦਾ ਟਾਈਮ ਹੈਗਾ ਵੀ ਕਣਕ ਕਿਹੜਾ ਨਾ ਪਿਛਲੀ ਦਫਾ ਜ਼ਲੀਲ ਹੋ ਗਏ ਆ ਜੀ ਤੇ ਬੜੀ ਮੁਸ਼ਕਲ ਨਾਲ ਪਰੇਸ਼ਾਨੀ ਨਾਲ, ਹਾਲਾਂਕਿ ਮੈਂ ਤਾਂ 200-300 ਮਣ ਕਿਹੜਾ ਨਹੀਂ 3500 ਦੇ ਹਿਸਾਬ ਨਾਲ 3300 3200 ਦੇ ਹਿਸਾਬ ਨਾਲ ਖਰੀਦੀ ਆਈ ਤੇ ਆਦੀ ਵੀ ਰੱਖ ਲਈ ਆਈ। ਅੱਛਾ, ਹਾਂਜੀ। ਤੇ ਉਹ ਵੀ ਕਿਹੜਾ ਨਾ ਹੁਣ ਬੜੀ ਹੁਣ ਆਂਦਾ ਤਿਆਰੀ ਵਿੱਚ ਆ ਤੇ ਕਿਹੜਾ ਨਾ ਉਸ ਪਹਿਲੇ ਵੇਚ ਸੱਟੀ ਆਈ। ਹਾਲਾਂਕਿ ਇਹ ਮਾਫੀਆ ਦੌਰ ਹੈਗਾ, ਇਹਨਾਂ ਸਟਾਕੀਆਂ ਨੇ ਇਹ ਕੰਮ ਕੀਤਾ ਹੈਗਾ ਜਨਾਬ। ਇਹਨਾਂ 3-4 ਦਿਨ ਸਿਰਫ ਕਣਕ ਨੂੰ ਉਤਾਂ ਲੈ ਗਏ 3300 ਤੱਕ ਗਈ ਹੈ ਜਨਾਬ। ਉਹ ਸਿਰਫ ਫਾਇਦਾ ਕਿੰਨਾ ਉਠਾਇਆ, ਸਿਰਫ ਸਟਾਕੀਆਂ ਨੇ। ਕਿਸਾਨ ਤੇ ਵਿਚਾਰਾ ਉਵੇਂ ਹੀ ਰਿਹਾ ਵਿਚਾਰਾ, ਕਿਸੇ ਕੋ ਹੈਗੀ ਕਿਸੇ ਨੂੰ ਪਤਾ ਹੀ ਨਹੀਂ ਚੱਲਾ। ਹੁਣ ਤੁਸੀਂ 3300 ਨੂੰ ਵੇਚੀ ਹੈ 2500 ਨੂੰ ਵੇਚੀ ਹੈ ਜੀ? ਮੈਂ ਹੁਣ ਵੇਚੀ ਜੀ 2800 ਨੂੰ। ਇਹਦਾ ਮਤਲਬ ਜਿਹੜੀ ਤੁਸੀਂ ਮੁੱਲ ਲਈ ਹੈ ਜੀ ਹਾਂਜੀ 500-700 ਤੁਹਾਨੂੰ ਵੀ ਠੋਕ ਗਿਆ। ਹਾਂਜੀ, ਨੁਕਸਾਨ ਕਰ ਗਿਆ। ਤੁਹਾਨੂੰ ਹਕੀਮ ਆਖਾ ਵੀ ਤੁਸੀਂ ਵੀ ਖਰੀਦਾਰੀ ਵਾਲਾ ਕੰਮ ਸ਼ੁਰੂ ਕਰ ਦਿਓ। ਮੋਰ ਜੀ ਅੱਲਾਹ ਤਾਲਾ ਮਾਫ ਕਰੇ, ਬੰਦਾ ਕੀ ਕਰੇ। ਬੰਦਾ ਆਦਾ ਚਲੋ ਠੀਕ ਹੈ, ਦੋ ਆਨੇ ਨਾਲ ਆ ਹੀ ਜਾ ਸਕਦਾ, ਇਨਸਾਨ ਜੋ ਹੋਇਆ। ਹਾਂ ਠੀਕ, ਇੱਕ ਤਾਂ ਰੇਟ ਦੀ ਗੱਲ ਹੋ ਗਈ। ਹਾਂਜੀ। ਇਸ ਤੋਂ ਇਲਾਵਾ ਤੁਹਾਡਾ ਤੁਹਾਨੂੰ ਕੀ ਡਰ ਹੈ ਵੀ ਅਸੀਂ ਹੁਣ ਅੱਗੇ ਲਗਾਣੇ ਆ ਤੇ ਫਿਰ ਸਾਨੂੰ ਮਤਲਬ ਵੀ ਮਜ਼ੀਦ ਘਾਟਾ ਪਵੇਗਾ? ਉਹ ਤੁਹਾਨੂੰ ਕਿਵੇਂ ਪਵੇਗਾ? ਉਹ ਇਸ ਤਰੀਕੇ ਪਵੇਗਾ ਜੀ, ਕਮ ਸੇ ਕਮ ਹੁਣ ਪਤਾ ਨਹੀਂ ਇਹਦਾ ਗਵਰਨਮੈਂਟ ਦਾ ਪਤਾ ਚੱਲਦਾ ਨਹੀਂ ਹੈਗਾ ਵੀ 1 ਰੁਪਈਏ ਦੀ ਚੀਜ਼ ਲੱਖਾਂ ਦੀ ਕਰ ਦਿੰਦੇ, ਲੱਖਾਂ ਰੁਪਈਏ ਦੀ ਕਰ ਦਿੰਦੇ ਹੈਗੇ ਨੇ। ਤੇ ਹੁਣ ਆਹ ਸੁਣਦੇ ਪਏ ਹੈਗੇ, ਪਤਾ ਨਹੀਂ ਅਗਲੀ ਦਫਾ ਕਿਉਂਕਿ ਗਵਰਨਮੈਂਟ ਨੇ ਤਾਂ ਬੰਦ ਕਰ ਦਿੱਤੀ ਕਣਕ, ਉਹਨਾਂ ਐਲਾਨ ਕਰ ਦਿੱਤਾ ਅਸਾਂ ਕਣਕ ਨਹੀਂ ਖਰੀਦਣੀ, ਮਿੱਲਾਂ ਨੇ ਕਣਕ ਖਰੀਦਣੀ ਹੈਗੀ। ਪਤਾ ਨਹੀਂ ਹੁਣ ਕੀ ਰੇਟ ਹੋਵੇਗਾ ਕੀ ਨਾ ਹੋਵੇਗਾ। ਅਗਰ ਅਸੀਂ ਕਣਕ ਲਾਈ ਆ ਤੇ ਇੱਕ ਫਸਲ ਆਵੇਗਾ। ਹੁਣ ਅਸੀਂ ਚਲੋ ਮਿਹਰਬਾਨੀ ਕੀਤੀ, ਡਾਕਟਰ ਸਾਹਿਬ ਬੀਜ ਫਰੀ ਦੇ ਦਿੱਤਾ, ਫਰਜ਼ ਕਰ ਲਓ। ਹੁਣ ਆਲੂ ਲਾਵਾਂਗੇ ਜੀ ਤੇ ਆਲੂ ਤੋਂ ਬਾਅਦ ਫਿਰ ਮਕਈ ਲਾਵਾਂਗੇ। ਸਭ ਮੇਰੀਆਂ 2 ਫਸਲਾਂ ਆ ਜਾਣ। ਤੇ ਉਹ ਕਣਕ ਲਾਵਾਂ ਤੇ ਇੱਕ ਫਸਲ ਆਵੇ ਆਈ, ਉਹਦੇ ਵਿੱਚ 1 ਲੱਖ ਰੁਪਈਆ ਤੇ ਤਕਰੀਬਨ 70-80 ਹਜ਼ਾਰ ਰੁਪਇਆ ਖਰਚਾ ਹੋ ਜਾਂਦਾ। ਹੁਣ ਇਹਨਾਂ ਸਾਡੇ ਕੋਲ ਲੈਂਦੇ ਪਰ 2500-2600 ਨੂੰ ਤੇ ਇਹਨਾਂ 6300 ਤੇ 6800 ਰੁਪਇਆ ਬੀਜ ਦਾ ਰੇਟ ਕਰ ਦਿੱਤਾ ਹੈ। ਉਹਦੇ ਜੋ ਬੰਦਾ ਕੀ ਕਰੇ ਜੀ? ਇਹ ਗੱਲ ਤਾਂ ਹੈ। ਅਗਰ 2500 ਨੂੰ ਵਿਕੇ 40 ਮਣ ਨਿਕਲੇ ਤੁਹਾਡਾ ਕਿੱਲਾ, ਹਾਂਜੀ, ਲੱਖ ਦਾ ਹੈ। ਹਾਂਜੀ, 70000 ਖਰਚਾ ਗਿਆ। ਹਾਂਜੀ, 30000 ਤੁਹਾਨੂੰ ਬਚਿਆ। ਹਾਂਜੀ। ਤੁਹਾਡੀ ਨੌਕਰੀ ਨਹੀਂ ਜੋ ਉਹ ਮੁਲਾਜ਼ਮ ਤੋਂ ਅਸੀਂ ਕਿਹੜਾ ਕਿੱਥੇ ਲੈਵਾਂ ਜਾਵਾਂਗੇ ਜੀ? ਉਹ ਆਦਾ ਵਕਤ ਵੈਲ ਤੇ ਸਾਰਾ ਪਰੇਸ਼ਾਨੀ, ਉਹ ਪਰੇਸ਼ਾਨੀ ਹੈ ਜੀ, ਪਰੇਸ਼ਾਨੀ ਹੈ। ਤੇ ਚਲੋ ਜੀ ਦੁਆ ਕਰਨੀ ਹੈ। ਤੇ ਨਾਲ ਮੈਨੂੰ ਇਹ ਦੱਸੋ ਵੀ ਤਿਆਰੀ ਕਿੰਨੀ ਕੀਤੀ ਹੈ? ਕਿੰਨੇ ਹੱਲ, ਕਿੰਨੇ ਸਵਾਗੇ, ਕਿੰਨੇ ਡਿਸਕਾਂ, ਇਹ ਦੱਸੋ ਸਾਡੇ ਦੋਸਤਾਂ ਨੂੰ। ਤਿਆਰੀ ਮਾਸ਼ਾਅੱਲਾ ਕਿਆ ਨਾ ਜੀ, ਅਲਹਮਦੁਲਿਲਾ। ਉਹ ਮਲਟੀਆਂ ਦਾ ਜੀ ਚੱਲਦਾ ਪਿਆ ਟੀਲਰ 11 ਫੱਲਾ ਜੀ। ਅੱਛਾ। ਤੇ ਉਹ ਜੀ ਪਹਿਲੇ 2 ਉਹ ਮਾਰੇ ਹੈਗੇ ਨੇ ਚੰਗੇ ਟਾਇਟ ਕਰਤੇ, ਫਿਰ ਟਰੈਕਟਰ ਨੂੰ ਪਤਾ ਚੱਲਾ ਹੈਗਾ ਕਿ ਕੋਈ ਚੀਜ਼ ਮਗਰ ਪਈ ਹੋਈ ਹੈ। ਉਸ ਤੋਂ ਬਾਅਦ ਜਨਾਬ ਕਰਾਣਾ ਇਹਨੂੰ ਉਹ ਮਲਟੀ ਵਾਲਾ ਦੇ ਰੋਟਾ ਵਾਟਰ ਪਿਆ ਹੈਗਾ, ਉਹ ਵੀ ਤੁਹਾਨੂੰ ਚੱਲਦੇ ਦਿਖਾਣੇ ਹੈਗੇ ਆ। ਉਹ ਵੀ ਮਾਸ਼ਾਅੱਲਾ 8 ਤੋਂ 9 ਇੰਚ ਕਿਹੜਾ ਨਾ ਇਨਸ਼ਾਅੱਲਾ ਥੱਲੇ ਜਾਂਦਾ ਹੈ। 8-9 ਇੰਚ ਗਹਿਰਾ ਜਾਂਦਾ ਹੈ। ਗਹਿਰਾ ਜਾਂਦਾ ਹੈਗਾ। ਤੇ ਬਾਕੀ ਬਾਅਦ ਔਕਾਤ ਮਾਸ਼ਾਅੱਲਾ ਉਹਨਾਂ ਬਣਾਏ ਬੜਾ ਜ਼ਬਰਦਸਤ ਹੈਗਾ। ਤੇ ਬਾਕੀ ਤੇ ਅਗਰ ਆਪਾਂ ਫਿਰ 2 ਮਾਰਨੇ ਆ ਨਾ ਤਾਂ ਉਹਦੇ ਮੁਕਾਬਲੇ 'ਚ ਇੱਕ ਮਾਰੀਏ ਤੇ ਬਰਾਬਰ ਹੈ ਜੀ। ਆਹ ਤਾਰੀਫ ਨਹੀਂ ਹੈਗੀ, ਖੁਸ਼ਾਮਦ ਨਹੀਂ ਹੈਗੀ, ਵੈਸੇ ਹਕੀਕਤ ਹੈ। ਮਤਲਬ ਤੁਸੀਂ ਇਹਨੂੰ ਚੈੱਕ ਕੀਤਾ ਚਲਾ ਤੇ? ਹਾਂਜੀ। ਤੇ ਤੁਸੀਂ ਇਸ ਤੇ ਮੁਤਮਿਨ ਹੈਗੇ? ਹਾਂਜੀ ਇਨਸ਼ਾਅੱਲਾ। ਤੇ ਬਣਾਵਟ ਕੈਸੀ ਹੈ? ਲੋਕ ਕੱਲ ਤੁਹਾਡੇ ਕੋਲ ਬਾਬਾ ਮਜਮਾ ਲੱਗਾ ਹੋਇਆ ਸੀ, ਕਾਫੀ ਦੋਸਤ ਹੈਗੇ ਸੀ। ਬਣਾਵਟ ਮਾਸ਼ਾਅੱਲਾ ਬੜੀ ਜ਼ਬਰਦਸਤ ਹੈ। ਮਸਲ 4 ਅਸੀਂ ਬਰਾਬਰ ਹੈਗੇ ਨੇ, ਕੋਈ ਵੀ ਬੰਦਾ ਇਹਦੇ 'ਚ ਕੋਈ ਫਰਕ ਨਹੀਂ ਕਰਦਾ ਜਾਂ ਹੀ ਨਹੀਂ ਆਉਂਦਾ ਯਾਰ ਇਹਦੀ ਚੀਜ਼ ਆ ਨਹੀਂ ਹੈਗੀ। ਲੱਗ ਚੰਗਾ ਹੈ? ਲੱਗ ਚੰਗਾ ਹੈ, ਹੱਲ ਦਾ ਵੀ ਲੱਗ ਚੰਗਾ ਹੈ। ਹੱਲ ਦਾ ਵੀ ਲੱਗ ਚੰਗਾ। ਉਸ ਵਾਰ ਤੇ ਕਿ ਫਿਰ ਇੱਕ ਹੋਰ ਚੀਜ਼ ਹੈਗੀ ਹੈ, ਇੱਕ ਚੀਜ਼ ਆ ਜਾਂਦੀ ਹੈ ਟਰੈਕਟਰ ਨੂੰ ਪੁੱਛਦੀ ਹੈ, ਉਹ ਟਰੈਕਟਰ ਨੂੰ ਨਹੀਂ ਪੁੱਛਦਾ ਤਾਂ ਆधा ਕੰਮ ਵੀ ਪੂਰਾ ਕਰਦਾ ਹੈ। ਜ਼ਬਰਦਸਤ। ਅੱਛਾ ਮੈਨੂੰ ਇਹ ਦੱਸੋ ਵੀ ਦੌਰ ਤੁਸੀਂ
ਪਹਿਲੇ ਡਿਸਕਾਂ ਫੇਰੀਆਂ ਨੇ। ਪਹਿਲੇ ਡਿਸਕਾਂ ਫੇਰੀਆਂ ਹੈਗੀਆਂ ਸੀ, ਉਸ ਤੋਂ ਬਾਅਦ ਕੰਪਿਊਟਰ ਕੀਤਾ ਸੀ, ਅੱਛਾ। ਉਸ ਤੋਂ ਬਾਅਦ ਰੌਣੀ ਕਰ ਦਿੱਤੀ ਸੀ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਮਤਲਬ ਪਹਿਲੇ ਹੱਲ ਫੇਰ ਦੀ ਕੋਈ ਚੀਜ਼ ਲਾ ਲਓ, ਹਾਂਜੀ ਹੱਲ ਚੀਜ਼ਲ ਵਗੈਰਾ ਜੋ ਵੀ ਹੈ, ਹਾਂਜੀ ਉਸ ਤੋਂ ਫਿਰ ਰੂਟਰ ਫੇਰਾ ਹੈ, ਹਾਂਜੀ ਹੁਣ ਫਿਰ ਹੱਲ ਫਿਰਦੇ ਪਏ ਨੇ। ਹਾਂਜੀ ਹੱਲ ਤੋਂ ਬਾਅਦ ਫਿਰ ਤੁਸੀਂ ਰੂਟਰ ਫੇਰੋਗੇ। ਫਿਰ ਰੂਟਰ ਫੇਰਾਂਗੇ, ਇਸ ਉੱਤੇ ਕਿਹੜਾ ਨਾ ਅਸੀਂ ਛੱਡ ਦੇਵਾਂਗੇ, ਖਾਦ ਵਗੈਰਾ ਛੱਡ ਦੇਵਾਂਗੇ। ਖਾਦ ਸੁੱਟਦੇ ਸੁੱਟਦੇ ਹਾਂਜੀ ਤੇ ਉਹ ਤੋਂ ਫਿਰ ਹੱਲ ਫੇਰੋਗੇ। ਹਾਂਜੀ, ਉਸ ਤੋਂ ਬਾਅਦ ਫਿਰ ਖੇੜੀ ਗਾੜ ਦੇ ਆਲੂ ਘੇਰ ਦੇਵਾਂਗੇ। ਆਲੂ ਘੇਰਦੇ ਸੋਦੇ। ਹਾਂਜੀ ਠੀਕ ਹੋ ਗਿਆ। ਤੇ ਬਾਕੀ ਕਿਸਾਨ ਭਰਾਵਾਂ ਨੂੰ ਕੀ ਮਸ਼ਵਰਾ ਦੇਵੋਗੇ, ਕਣਕ ਲਾਵਣ ਆਲੂ ਲਾਵਣ? ਮੈਂ ਤਾਂ ਕਹਿਣਾ ਜੀ, ਇਹਦੇ 'ਚ ਅਗਰ ਤੁਹਾਨੂੰ ਕੋਈ ਅੱਲਾਹ ਤਾਲਾ ਮਿਹਰਬਾਨੀ ਕਰਦਾ ਹੈ, ਕੋਈ ਬੀਜ ਵਗੈਰਾ ਜਲਦਾ ਹੈਗਾ ਤਾਂ ਉਹਦੇ ਵਿੱਚ 6 ਮਹੀਨੇ ਮਰੀਮਨ ਨਾਲ ਕਿਹੜਾ ਨਾ ਚਲੋ ਆਹ ਦਿਲ 'ਚ ਖੁਆਇਸ਼ ਰਹੀ ਸੀ ਯਾਰ, ਉਤੋਂ ਮਕਾਈ ਲਾ ਜਾ ਸੀ ਤਾਂ ਉਹਦੇ ਨਾਲ 4 ਆਨੇ ਹੋਰ ਆ ਜਾਸਨ ਯਾਰ, ਕੋਈ ਆਸ ਉਮੀਦ ਜ਼ਿੰਦਾ ਰਹੇ ਸੀ। ਜੇਕਰ ਇੱਕਾ ਫਸਲ ਆਏ ਤਾਂ ਆਸ ਉਮੀਦ ਹੀ ਖਤਮ ਹੋ ਜਾਸੀ ਯਾਰ। ਮੁਹੰਮਦ ਅਫਜ਼ਲ ਭਾਈ ਇੱਕ ਹੋਰ ਤੁਹਾਨੂੰ ਦੱਸ ਦੇਵਾਂ, ਇਹਦੇ ਨਾਲ ਇੱਕ ਬੜਾ ਫਰਕ ਪੈ ਗਿਆ ਹੈਗਾ। ਇਹ ਕਿਹੜੀ ਹੈਗੀ ਆ ਨਾ ਕਣਕ, ਉਹਦੀ ਕਿਹੜੀ ਕਾਸ਼ਤ ਹੈ ਨਾ, ਕਿਹੜੀ ਕੰਮ ਹੁੰਦੀ ਪਈ, ਬਹੁਤ ਜ਼ਿਆਦਾ ਕੰਮ ਹੁੰਦੀ ਪਈ ਹੈ। ਵੀ ਲੋਕ ਤੱਕ ਆਉਂਦੇ ਹੈਗੇ ਵੀ ਅਸੀਂ ਕਿਹੜਾ ਸਿਰਫ ਜ਼ਿਆਦਾ ਕਾਸ਼ਤ ਹੁੰਦੀ ਪਈ, ਸਿਰਫ ਖਾਵਣ ਪੀਵਣ ਵਾਸਤੇ ਹੁੰਦੀ ਪਈ ਹੈ, ਉਸ ਤੁਹਾਰ ਦੇ ਵੇਚਣ ਵਾਸਤੇ ਨਹੀਂ ਹੁੰਦੀ ਪਈ। ਉਸ ਤੁਹਾਰ ਦੇ ਲੋਕ ਹੁਣ ਮਾਸ਼ਾ ਸਮਝਦਾਰ, ਅਗਰ ਗੌਰਮੈਂਟ ਸਮਝਦਾਰ ਹੋ ਗਈ ਹੈ ਨਾ, ਇਹਦੇ ਨਾਲ ਕਿਹੜਾ ਹੈ ਨਾ ਕਿਸਾਨ ਵੀ ਮਾਸ਼ਾ ਸਮਝਦਾਰ ਹੋ ਗਏ ਨੇ। ਹੁਣ ਉਹ ਜ਼ਿਆਦਾ ਤਾਂ ਕੋਈ ਕਿਸੇ ਦਾ ਮਟਰੀ ਲਾ ਲਈ ਹੈ, ਕਣਕ ਕਿੱਥੇ ਉਹਨਾਂ ਲਾਉਣੀ, ਮਟਰੀ ਲਾ ਲਈ, ਕਿਸੇ ਕਨੋਲਾ ਲਾ ਲਿਆ, ਇਸ ਕਰਕੇ ਉਹਨਾਂ ਵੀ ਫਸਲਾਂ ਤਕਸੀਮ ਕਰ ਲਈਆਂ ਹੈਗੀਆਂ ਨੇ ਵੀ ਅਸੀਂ ਵੀ ਸਿਆਣੇ ਹੋ ਜਾਈਏ। ਗੌਰਮੈਂਟ ਤਾਂ ਸਿਆਣੀ ਹੋਈ ਖੜੀ ਹੈਗੀ ਤੇ ਅਸੀਂ ਸਿਆਣੇ ਹੋ ਜਾਈਏ ਜੀ। ਇਹਦਾ ਮਤਲਬ ਹੈ ਵੀ ਤੁਹਾਨੂੰ ਕੀ ਨਜ਼ਰ ਆਉਂਦਾ ਵੀ ਅਗਰ ਜਿਸ ਤਰੀਕੇ ਖਾਸ ਕਰਕੇ ਠੇਕੇਦਾਰ ਹੈਗੇ ਨੇ ਜੀ, ਉਹ ਤਾਂ ਕਣਕ ਲਾਉਂਦੇ ਹੀ ਨਹੀਂ ਪਏ। ਠੇਕੇਦਾਰ ਤੇ ਵਿਚਾਰਾ ਬੜਾ ਮਾਯੂਸ ਹੋ ਚੁੱਕਾ, ਉਹਦੇ ਕੋਲ ਤਾਂ ਹੁਣ 20 ਪਿਆ ਹੈਗਾ, ਆਲੂਆਂ ਦਾ 20 ਪਿਆ, ਉੱਤੇ ਖਰਚਾ ਕੋਈ ਨਹੀਂ, ਖਰਚਾ ਕੋਈ ਨਹੀਂ ਵੀ ਫਰਕ ਆਲੂਆਂ ਤੇ 20 ਪਿਆ, ਉਹਦੇ ਕੋਲ ਮੌਜੂਦ ਪਿਆ ਹੈ। ਹੁਣ ਉਹਦੇ ਤੋਂ ਖਰਚਾ ਕੋਈ ਨਹੀਂ ਵੀ ਮੈਂ ਖਰਚਾ ਕਰ ਲਵਾਂ, ਸਟੋਰ ਜੁਗਾੜ ਲਵਾਂ। 1200 ਰੁਪਇਆ ਬੋਰੀ ਦਾ ਰੇਟ ਹੈਗਾ, ਉਹ ਕਿਰਾਇਆ ਸਟੋਰ ਦਾ ਹੈਗਾ। ਉਹ ਲਿਆ ਤੇ ਹੁਣ ਉਤੋਂ ਕੰਮ ਜੀ ਉਹਦੇ ਕੋਲ ਕਾਫੀ ਚਾਰੇ ਕੋਲ ਪੈਸੇ ਹੋਣ, ਕੋਈ 2.5 ਲੱਖ ਰੁਪਈਆ ਹੋਵੇ ਤੇ ਮੁੜੋ 20 ਆਲਾਂ ਆਦਾ ਹੋਵੇ ਤੇ ਮੁੜ 2.5 ਲੱਖ ਰੁਪਈਆ ਹੋਵੇ ਤੇ ਮੁੜੋ 1 ਕਿੱਲੇ ਨੂੰ ਛੇੜੇ ਲੱਖ ਉੱਤੇ ਖਰਚਾ ਆ ਜਾਂਦਾ। ਹਾਂਜੀ, ਆਰਾਮ ਨਾਲ, ਬਗੈਰ ਬੀ ਤੋਂ ਆਰਾਮ ਨਾਲ ਜੀ, ਆਰਾਮ ਨਾਲ। ਤੇ ਇਹਦਾ ਮਤਲਬ ਹੈ ਵੀ ਤੁਹਾਨੂੰ ਡਰ ਹੈ ਵੀ ਲੈਣਾ ਲੱਗਣਗੀਆਂ ਆਟੇ ਵਾਸਤੇ, ਜਵਾਰ ਲੱਗਦੇ ਪਏ ਨੇ ਅਗਰ ਕਣਕ ਘਟ ਹੁੰਦੀ ਤਾਂ। ਸਾਬਜ਼ਾਰ ਕਿਸ ਟਾਈਮ ਕਣਕ ਹੈਗੀ ਹੀ ਨਹੀਂ ਤੇ ਕਿਸਾਨ ਕਾਸ਼ਤ ਕਰਦਾ ਹੀ ਨਹੀਂ ਪਿਆ, ਤੇ ਇੱਕ ਚੀਜ਼ ਦੀ ਕਮੀ ਤਾਂ ਹੋਣੀ ਹੈਗੀ ਹੈ। ਆ ਕਿਤੇ ਕੁ ਬਾਹਰੋਂ ਲੈ ਤੇ ਪੂਰੀ ਕਰਨਗੇ, ਜੇਕਰ ਬਾਹਰੋਂ ਪੂਰੀ ਕਰਦੇ ਵੀ ਨੇ ਤਾਂ ਸਾਡੇ ਕੋਲ ਨਾ ਅਸਲ ਨਹੀਂ ਲੈਣੀ ਤੇ ਨਕਲ ਲੈਣੀ ਹੈ ਤੇ ਐਵੇਂ ਬੂਟਾ ਲੈਣਾ, ਤੇ ਉਹਦਾ ਫਾਇਦਾ ਕੀ ਹੈ? ਮਤਲਬ ਬਾਹਰੋਂ ਖਰਾਬ ਕਣਕ ਲੈਣੀ ਹੈ। ਹਾਂਜੀ, ਆਦੀ ਨਾ ਮੇਡ ਇਨ ਪਾਕਿਸਤਾਨ ਕਣਕ ਨਹੀਂ ਲੈਣੀ। ਹੁਣ ਇਹਨਾਂ ਦੀ ਚਾਹ ਪੁਲਿਸ ਵੇਖੋ ਵੀ ਮੈਨੂੰ ਇੱਕ ਗੱਲ ਸਮਝ ਨਹੀਂ ਆਦੀ ਕਿ ਉਹਦਾ 6300 ਦਾ 6800 ਰੇਟ ਕਰ ਦਿੱਤਾ ਨਾ ਬੀਜ ਦਾ। 7300 ਦਾ ਵੀ ਬੀਜ ਦਾ ਥੈਲਾ ਹੈਗਾ, ਜਿਹਨੂੰ VIP ਬੀਜ ਆਖਦੇ ਨੇ। 7500 ਵੀ ਹੈਗਾ, 63 6200 ਵੀ ਹੈਗਾ। ਭਾਈ ਅਫਜ਼ਲ ਅਸਲ ਚੀਜ਼ ਆ ਹੈਗੀ ਆ ਕਿ ਮੇਰੇ ਕੋਲ ਹੁਣ 100 ਕੁ ਮਣ ਇਸ ਟਾਈਮ ਕਣਕ ਪਈ ਹੈਗੀ ਹੈ, ਬਿੜ ਕਿਹੜੀ ਬਿਲਕੁਲ ਲੱਗੀ ਹੋਈ ਨਹੀਂ ਹੈਗੀ, ਸਾਫ਼ ਸੁਥਰੀ ਪਈ ਹੈਗੀ ਹੈ। ਤੇ ਮੈਂ ਆਣਾ ਵੀ ਕਿਹੜਾ ਨਾ ਇਹ ਸਾਰਿਆਂ ਨੂੰ ਮੈਂ ਤੇ ਐਲਾਨ ਕਰਾਉਣਾ ਹੈਗਾ ਵੀ ਉਹ 6300 ਤੇ 6800 ਤੇ 7300 ਰੁਪਏ ਭਰਨ ਦੇ ਬਾਵਜੂਦ ਇਹ ਤੇ ਮੇਰੇ ਕੋਲ 3000 ਨੂੰ ਕਿਹੜਾ ਨਾ ਮੰਨ ਸਾਫ਼ ਕਾਰ ਤੇ ਜ਼ਬਰਦਸਤ ਹੈ, ਸੋਹਣਾ ਬੀ ਬਣਾ ਤੇ 3000 ਨੂੰ ਮੈਂ ਦੇਣਾ। ਤੇ ਅਕਬਰ ਆਇਆ ਦੇ ਬੀ ਆ, ਚਲ ਹੋਰ ਨਹੀਂ ਤੇ ਮੇਰੇ ਭਰਾਵਾਂ ਦੇ ਤੇ ਕੰਮ ਆ ਸੀ। ਸਹੀ ਨਾਲ ਉਹਦਾ ਝਾੜ ਜੋੜ ਵੀ ਚੰਗਾ ਹੈ। ਹਾਂਜੀ, ਠੀਕ ਹੋ ਗਿਆ ਲੀਡਰ ਸਾਹਿਬ ਭਾਈ, ਅੱਲਾਹ ਤਾਲਾ ਤੁਹਾਡੇ ਆਲਮਾਂ 'ਚ ਬਰਕਤ ਪਾਵੇ। ਆਮੀਨ। ਹੁਣ ਮੈਂ ਆਪਾਂ ਚੱਲਨੇ 379 ਤੇ ਪਰਫਾਰਮੈਂਸ ਵੇਖਣੀ ਅੱਲਾਂ ਦੀ, ਤੇ ਨਾਲ ਹੀ ਡਰਾਈਵਰ ਬਾਈ ਤੇ ਉਹਦੇ ਬਾਰੇ ਪੁੱਛਣਾ ਹੈ। ਤੇ ਆਓ ਜੀ ਗੱਲ ਕਰੀਏ। ਉਸਤਾਦ ਜੀ ਥੱਲੇ ਆ ਗਿਆ। अस्सलाम वालेकुम जी। वालेकुम सलाम। ਕੀ ਹਾਲ ਚਾਲ ਨੇ? ਕੀ ਨਾਂ ਹੈ ਤੁਹਾਡਾ? मजर जी। ਮਦਰ ਭਾਈ ਥੋੜਾ ਜਿਹਾ ਉੱਚਾ ਬੋਲਿਆ। ਇਹ ਮੈਨੂੰ ਦੱਸੋ ਇਹ ਹਲ ਤੁਸੀਂ ਚਲਾਉਂਦੇ ਪਏ ਹੋ ਬਗੈਰ ਸਪਰਿੰਗਾਂ ਵਾਲਾ, हाँ जी, कैसा ਰਿਜ਼ਲਟ ਦੇ ਰਿਹਾ ਹੈ? अच्छा है जी। ਵਧੀਆ ਦੇ ਰਿਹਾ हाँ ਹੈ? जी, ये चीज़र दा चीज़र भी है ते हल्लां भी है जी। ਤੇ ਮਜ਼ਬੂਤੀ ਕੈਸੀ ਹੈ? बड़ी अच्छी है जी। ਤੁਸੀਂ ਮੁਤਮਿਨ ਹੈ? हाँ जी। ਤੇ ਮਦਰ ਭਾਈ ਕਿੰਨੇ ਗੇਰੇ ਚਲਾਉਂਦੇ ਪਏ ਹੋ? जी पहले च। ਪਹਿਲੇ ਆਈਏ ਚ हाँ जी पहले आई जी, कोई ट्रैक्टर में पुछदी नहीं, भावें जितनी मर्जी लाई जाओ, ਧੂਆਂ ਸ਼ੂਆਂ ਨਹੀਂ ਮਾਰਦਾ कोई ਕੁਛ? चीज़ भी नहीं। ਮੁਤਮਿਨ ਹੈਗੇ हाँ ਜੀ? जी। ਚਲੋ ਠੀਕ ਹੈ, ਤੁਸੀਂ ਚਲਾ ਕੇ ਦਿਖਾਓ, ਮੈਂ ਆਪਣੇ ਦੋਸਤਾਂ ਨੂੰ ਇਹਦੀ ਪਰਫਾਰਮੈਂਸ ਚੈੱਕ ਕਰਾਂਗਾ। जी मेहरबानी। ਲਓ ਜੀ ਇਹ ਬਗੈਰ ਸਪਰਿੰਗਾਂ ਵਾਲੀ ਮਲਟੀ ਲੇਜ਼ਰ ਸੋਲੂਸ਼ਨ ਆਇਆ ਤਾਂ ਜਨਾਬ ਅੱਲੇ ਤੇ ਚੀਜ਼ਲ ਦਾ ਚੀਜ਼ਲ ਹੈਗਾ ਜੇ, ਤੇ ਹੱਲ ਦਾ ਹੱਲ ਹੈ। ਤੇ ਨਾਲ ਮੈਂ ਆਪਣੇ ਭਰਾਵਾਂ ਨੂੰ ਦੱਸਦਾ ਚੱਲਾਂ ਵੀ ਟੁੱਟ ਭੱਜ ਕੋਈ ਨਹੀਂ ਹੈਗੀ ਇਸ ਦੀ। ਤੇ ਬਾਅਦ ਦੋਸਤਾਂ ਨੇ ਕਮੈਂਟ ਕਰਕੇ ਆਖਿਆ ਵੀ ਅਗਰ ਕਿਸੇ ਕਿੱਕਰ 'ਚ ਵੱਜ ਜਾਵੇ ਤੇ ਹੱਲ ਡਿੰਗੀ ਹੋ ਸਕਦੀ ਹੈ। ਅਗਰ ਜਿਹੜਾ ਸਪਰਿੰਗ ਹੈ ਉਹ ਟੁੱਟ ਗਿਆ ਸੀ ਤੇ ਉਹਦਾ ਥੋੜਾ ਖਰਚਾ ਸੀ, ਇਹਦਾ ਜ਼ਿਆਦਾ ਸੀ। ਤੇ ਮੈਂ ਉਹਨਾਂ ਵਾਸਤੇ ਵੀਰ ਭਰਾਵਾਂ ਨੂੰ ਦੱਸਦਾ ਚੱਲਾਂ ਵੀ
ਇਹ ਤਾਂ ਹਾਲੀ ਮਤਲਬ ਹੱਲ ਹੈ ਬਗੈਰ ਸਪਰਿੰਗਾਂ ਵਾਲਾ। ਅਗਰ ਤੁਸੀਂ ਟਰੈਕਟਰ ਨੂੰ ਕਿਸੇ ਦਰਖਤ 'ਚ ਮਾਰੋ ਤਾਂ ਉਹਦੇ ਪਿੱਛੇ ਜਿੱਡੀ ਮਰਜ਼ੀ ਕੋਈ ਬਲਾਂ ਤੁਸੀਂ ਪਾ ਲਓ ਉਹਨੇ ਵੀ ਡਿੰਗਾ ਸ਼ੁਕਰ ਹੈ ਜਿਹੜਾ ਸਾਡਾ ਇਲਾਕਾ ਹੈ ਇੱਥੇ 3 ਫਸਲਾਂ ਲੱਗਦੀਆਂ ਨੇ ਤੇ ਜ਼ਮੀਨਾਂ ਦੇ ਵਿੱਚ ਕੋਈ ਮੇਰਾ ਖਿਆਲ ਹੈ ਘੱਟ ਜਿਹੜਾ ਹੁੰਦੀਆਂ ਨੇ ਤੇ ਡਰਾਈਵਰ ਬੜੇ ਸਿਆਣੇ ਹੁੰਦੇ ਨੇ ਤੇ ਬੜਾ ਖਿਆਲ ਰੱਖਦੇ ਨੇ। ਜ਼ਰਾ ਕੋਈ ਟੱਚ ਹੱਲ ਹੋਵੇ ਤਾਂ ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਕੋਟ ਦੇ ਨਾਲ ਕੁਛ ਨਹੀਂ ਲੱਗ ਗਈ ਹੈ, ਲੇਕਿਨ ਇਹਦੇ ਥੋੜੀ ਬਹੁਤ ਮਜ਼ਬੂਤ ਹੋ ਗਏ ਨੇ ਬਗੈਰ ਦੋਵਾਂ ਤੇ ਬੰਦਾ ਹੁਣ ਜਾਣ ਦੇ ਇਸ ਬੇਰੀ ਦੇ ਵਿੱਚ ਤੁੰਨ ਦੇਵੇ ਤੇ ਮੋੜਾ ਕੇ ਜੀ ਇਹ ਟਰੈਕਟਰ ਦਾ ਗੁਨਾਹ ਜਾਂ ਹੱਲਾਂ ਦਾ ਗੁਨਾਹ ਹੈ ਤੇ ਹੱਲ ਦੀ ਮਜ਼ਬੂਤੀ ਚੈੱਕ ਕਰੋ, ਉਹਦਾ ਲੱਗ ਚੈੱਕ ਕਰੋ, ਕਮਾਲ ਦੀ ਪਰਫਾਰਮੈਂਸ ਹੈ। ਤੇ ਅਲੀ ਰਜ਼ਾ ਭਾਈ ਨੇ ਆਲੂਆਂ ਦੀ ਤਿਆਰੀ ਵਾਸਤੇ ਸਪੈਸ਼ਲ ਜਨਾਬ ਇਸ ਹੱਲ ਦਾ ਇਸਤੇਮਾਲ ਕਰਦੇ ਪਏ ਨੇ। ਹਾਲਾਂਕਿ ਉਹਨਾਂ ਦੇ ਕੋਲ ਦੂਜੇ ਹੱਲ ਵੀ ਹੈਗੇ ਸਨ, ਉਹਨਾਂ ਕਦੇ ਅਸੀਂ ਇਸ ਦੀ ਟੈਸਟਿੰਗ ਕਰਨੀ ਹੈ ਤੇ ਇਹਦਾ ਰਿਜ਼ਲਟ ਵੇਖਣੇ ਹੈ। ਤੇ ਹੁਣ ਜਨਾਬ ਉਹਨਾਂ ਉਹ ਮੁਤਮਿਨ ਹੈਗੇ ਨੇ ਤੇ ਉਹਨਾਂ ਦੱਸ ਵੀ ਦਿੱਤਾ ਵੀ ਇਹ ਕਮਾਲ ਦੇ ਹੈਗੇ ਨੇ। ਤੇ ਬਾਕੀ ਕਿਸੇ ਹੋਰ ਵੀ ਦੋਸਤ ਵੀਰ ਭਰਾ ਨੇ ਅਗਰ ਇਸ ਹੱਲ ਨੂੰ ਟੈਸਟ ਕਰਕੇ ਚੈੱਕ ਕਰਨਾ ਹੋਵੇ ਤਾਂ ਆਪਣੇ ਕੋਲ ਆ ਜਾਵੇ, ਇਹਨਾਂ ਹੱਲਾਂ ਨੂੰ ਖੁਦ ਚਲਾ ਕੇ ਦੇਖੇ। ਉਮੀਦ ਹੈ ਇਹ ਹੱਲ ਤੇ ਜਿਹੜਾ ਰੂਟਾਵੇਟਰ ਹੈ ਉਹਨਾਂ ਨੂੰ ਪਸੰਦ ਆਵੇਗਾ। ਤੇ ਬਾਕੀ ਜਿਸ ਤਰੀਕੇ ਜ਼ਮੀਂਦਾਰਾਂ ਭਾਈਆਂ ਦਾ ਹਾਲਾਤ ਹੈਗੇ ਨੇ ਮੂੰਜੀ ਦੇ ਰੇਟਾਂ ਦੇ ਮਾਮਲਾ, ਕਿਉਂਕਿ ਹਾਈਬ੍ਰਿਡ ਦਾ ਰੇਟ ਜਿਹੜਾ ਪਹਿਲੇ ਝਾੜ ਘੱਟ ਨਿਕਲਿਆ ਹੈ, ਬਾਅਦ ਤੋਂ ਰੇਟ ਘੱਟ ਹੋ ਗਿਆ। ਹੁਣ ਅਗਰ ਰੇਟ ਵੱਲ ਹੈ ਤੇ ਪੈਦਾਵਾਰ ਘੱਟ ਨਿਕਲਦੀ ਪਈ ਹੈ 1509 ਦੀ। ਤੇ ਬਾਕੀ ਕਿਸਾਨ ਸਬਜ਼ੀਆਂ ਤੇ ਆਲੂ ਕਨੌਲਾ ਮਟੀਰੀਅਲ ਸਾਈਡ ਸ਼ਿਫਟ ਹੋ ਗਿਆ ਹੈ ਤੇ ਜਿੰਨੀ ਦੇਰ ਹਕੂਮਤ 5000 ਰੇਟ ਨਹੀਂ ਕਰਦੀ ਉਨੀ ਦੇਰ ਕਿਸੇ ਵੀ ਕਣਕ ਨਹੀਂ ਲਾਉਣੀ, ਬਸ ਕਿਸਾਨ ਉਨੀ ਲਾਉਣਗੇ ਜਿੰਨੀ ਉਹਨਾਂ ਨੂੰ ਲੋੜ ਹੋਵੇਗੀ। ਤੇ ਹੁਣ ਮੈਨੂੰ ਤਾਂ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਬੱਟੂ, ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।